ਸੰਤ ਪਤਰਸ ਦੇ ਦੂਜੇ ਪੱਤਰ ਦੀ ਭੂਮਿਕਾ। ਪਤਰਸ ਪ੍ਰਭੂ ਦੇ ਪ੍ਰਮੁੱਖ 12 ਚੇਲਿਆਂ ਵਿੱਚੋਂ ਇੱਕ ਖਾਸ ਚੇਲਾ ਸੀ। ਇਹੀ ਪਤਰਸ ਸੀ ਜਿਹਨੇ ਪ੍ਰਭੂ ਦਾ 3 ਵਾਰ ਇਨਕਾਰ ਵੀ ਕੀਤਾ ਤੇ ਕਈ ਵਾਰ ਪ੍ਰਭੂ ਤੋਂ ਡਾਂਟ ਵੀ ਖਾਧੀ ਸੀ, ਜਿਵੇਂ ਕਿ ਹੇ ਸ਼ੈਤਾਨ, ਮੈਂ ਤੋਂ ਪਰੇ ਹੋ ਜਾ, ਤੂੰ ਪਰਮੇਸ਼ਰ ਦੀ ਇੱਛਾ ਵਿੱਚ ਇੱਕ ਰੁਕਾਵਟ ਹੈ। ਇਹੀ ਪਤਰਸ ਸੀ ਜੋ ਪਵਿੱਤਰ ਪਹਾੜ ਤੇ ਪ੍ਰਭੂ ਦੇ ਨਾਲ ਗਿਆ ਤੇ ਉੱਥੇ ਪਰਮੇਸ਼ਰ ਦੀ ਗਲੋਰੀ ਦੇ ਵਿੱਚ ਦੀ ਪਰਮੇਸ਼ਰ ਦੀ ਆਵਾਜ਼ ਵੀ ਸੁਣੀ। ਇਹੀ ਚੇਲਾ ਸੀ ਜੋ ਪ੍ਰਭੂ ਦੇ ਨਾਲ ਸਭ ਤੋਂ ਪਹਿਲੇ ਪਲਾਂ ਤੋਂ ਲੈ ਕੇ ਅੰਤ ਤੱਕ ਨਾਲ ਰਿਹਾ, ਖਾਧਾ ਪੀਤਾ, ਬੈਠਿਆ ਉੱਠਿਆ ਤੇ ਹਰ ਵਕਤ ਨਾਲ ਰਿਹਾ। ਆਪਣੇ ਪਹਿਲੇ ਪੱਤਰ ਵਿੱਚ ਉਸਨੇ ਉਹਨਾਂ ਮਸੀਹਾਂ ਨੂੰ ਉਤਸ਼ਾਹ ਦਿੱਤਾ ਜੋ ਮਸੀਹ ਦੀ ਖਾਤਰ ਦੁੱਖ ਝੱਲ ਰਹੇ ਸਨ, ਤੇ ਆਪਣੇ ਇਸ ਦੂਸਰੇ ਪੱਤਰ ਵਿੱਚ ਉਹਨੇ ਮਸੀਹਾਂ ਨੂੰ ਝੂਠੇ ਸਿੱਖਿਅਕਾਂ ਦਾ ਟਾਕਰਾ ਕਰਨ ਲਈ ਅਤੇ ਉਹਨਾਂ ਦੇ ਬੁਰੇ ਅਸਰ ਨੂੰ ਖਤਮ ਕਰਨ ਦਾ ਉਤਸ਼ਾਹ ਦਿੱਤਾ। ਇਹਨਾਂ ਸਮੱਸਿਆਵਾਂ ਦਾ ਹੱਲ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਸੱਚੀ ਜਾਣਕਾਰੀ ਵਿੱਚ ਹੈ, ਅਰਥਾਤ ਉਹ ਜਾਣਕਾਰੀ ਜੋ ਉਹਨਾਂ ਆਦਮੀਆਂ ਦੇ ਦੁਆਰਾ ਦਿੱਤੀ ਗਈ ਹੈ ਜਿਨ੍ਹਾਂ ਨੇ ਆਪ ਪ੍ਰਭੂ ਯਿਸੂ ਨੂੰ ਦੇਖਿਆ ਤੇ ਸੁਣਿਆ ਸੀ। ਲੇਖਕ ਦੀ ਇੱਕ ਚਿੰਤਾ ਉਹਨਾਂ ਲੋਕਾਂ ਦੀਆਂ ਸਿੱਖਿਆਵਾਂ ਸਨ ਜੋ ਦਾਅਵਾ ਕਰਦੇ ਸਨ ਕਿ ਮਸੀਹ ਫਿਰ ਨਹੀਂ ਆਵੇਗਾ। ਉਸ ਦਾ ਕਹਿਣਾ ਹੈ ਕਿ ਮਸੀਹ ਦੇ ਦੁਆਰਾ ਆਉਣ ਵਿੱਚ ਦੇਰ ਦਾ ਅਰਥ ਹੈ ਕਿ ਪਰਮੇਸ਼ਰ ਕਿਸੇ ਨੂੰ ਵੀ ਨਾਸ਼ ਹੁੰਦਾ ਨਹੀਂ ਦੇਖਣਾ ਚਾਹੁੰਦਾ, ਸਗੋਂ ਉਹ ਚਾਹੁੰਦਾ ਹੈ ਕਿ ਸਭ ਆਪਣੇ ਪਾਪਾਂ ਵੱਲੋਂ ਮੂੰਹ ਮੋੜਨ ਅਤੇ ਬਚ ਜਾਣ। ਸੰਤ ਪਤਰਸ ਦਾ ਦੂਜਾ ਪੱਤਰ ਅਧਿਆਇ 1। ਯਿਸੂ ਮਸੀਹ ਦੇ ਦਾਸ ਅਤੇ ਸੰਦੇਸ਼ਵਾਹਕ ਸਮੂਨ ਪਤਰਸ ਦੀ ਵੱਲੋਂ ਤੁਹਾਨੂੰ ਸਭ ਨੂੰ ਨਮਸਕਾਰ, ਜਿਨ੍ਹਾਂ ਦਾ ਵਿਸ਼ਵਾਸ ਸਾਡੇ ਵਰਗਾ ਹੀ ਕੀਮਤੀ ਹੈ, ਕਿਉਂਕਿ ਤੁਹਾਨੂੰ ਵੀ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਨੇ ਆਪਣੇ ਨਿਆਂ ਦੇ ਸਦਕੇ ਸੱਦਾ ਦਿੱਤਾ ਹੈ। ਤੁਹਾਨੂੰ ਪਰਮੇਸ਼ਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਦੁਆਰਾ ਕਿਰਪਾ ਅਤੇ ਸ਼ਾਂਤੀ ਦੀ ਦਾਤ ਬਹੁਤਾਤ ਵਿੱਚ ਮਿਲੀ। ਪਰਮੇਸ਼ਰ ਦੀ ਦੈਵੀ ਸ਼ਕਤੀ ਨਾਲ ਸਾਨੂੰ ਉਹ ਸਭ ਕੁਝ ਮਿਲਿਆ ਹੈ ਜੋ ਸਾਨੂੰ ਪਵਿੱਤਰ ਜੀਵਨ ਗੁਜ਼ਾਰਨ ਦੇ ਲਈ ਲੋੜੀਂਦਾ ਸੀ, ਪਰ ਇਹ ਉਸ ਦੇ ਗਿਆਨ ਦੁਆਰਾ ਹੋਇਆ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਗੁਣਾਂ ਦਾ ਹਿੱਸੇਦਾਰ ਹੋਣ ਦੇ ਲਈ ਸੱਦਿਆ ਹੈ। ਇਸੇ ਦੇ ਆਧਾਰ ਤੇ ਉਸ ਨੇ ਸਾਨੂੰ ਉੱਤਮ ਅਤੇ ਕੀਮਤੀ ਪ੍ਰਤਿਗਿਆਵਾਂ ਦਿੱਤੀਆਂ ਹਨ, ਜਿਨ੍ਹਾਂ ਦੁਆਰਾ ਤੁਸੀਂ ਸੰਸਾਰ ਵਿਚਲੀਆਂ ਨਾਸ਼ਕ ਲਾਲਸਾਵਾਂ ਤੋਂ ਬਚ ਸਕਦੇ ਹੋ ਅਤੇ ਉਸ ਦੇ ਦੈਵੀ ਸੁਭਾਅ ਦੇ ਭਾਗੀ ਬਣ ਸਕਦੇ ਹੋ। ਇਸੇ ਲਈ ਤੁਸੀਂ ਵੀ ਆਪਣੇ ਵਿਸ਼ਵਾਸ ਨੂੰ ਦੈਵੀ ਗੁਣਾਂ ਦੇ ਨਾਲ ਪੱਕਿਆਂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਆਪਣੇ ਦੈਵੀ ਗੁਣਾਂ ਨੂੰ ਗਿਆਨ ਦੇ ਨਾਲ, ਆਪਣੇ ਗਿਆਨ ਨੂੰ ਸਵੈ ਕਾਬੂ ਨਾਲ, ਆਪਣੇ ਸਵੈ ਕਾਬੂ ਨੂੰ ਧੀਰਜ ਨਾਲ, ਆਪਣੇ ਧੀਰਜ ਨੂੰ ਪਵਿੱਤਰਤਾ ਨਾਲ, ਆਪਣੀ ਪਵਿੱਤਰਤਾ ਨੂੰ ਭਾਈਚਾਰੇ ਨਾਲ ਅਤੇ ਆਪਣੇ ਭਾਈਚਾਰੇ ਨੂੰ ਪਿਆਰ ਨਾਲ ਪੱਕਿਆਂ ਕਰੋ। ਜੇਕਰ ਇਹ ਸਭ ਗੁਣ ਤੁਹਾਡੇ ਵਿੱਚ ਬਹੁਤਾਤ ਵਿੱਚ ਹੋਣਗੇ ਤਾਂ ਇਹ ਤੁਹਾਨੂੰ ਪ੍ਰਭਾਵਸ਼ਾਲੀ ਬਣਾਉਣਗੇ। ਇਸ ਤਰ੍ਹਾਂ ਤੁਸੀਂ ਸਾਡੇ ਯਿਸੂ ਮਸੀਹ ਦਾ ਪੂਰਨ ਗਿਆਨ ਵੀ ਪ੍ਰਾਪਤ ਕਰੋਗੇ। ਜਿਸ ਆਦਮੀ ਕੋਲ ਇਹ ਸਭ ਗੁਣ ਨਹੀਂ ਹਨ, ਉਹ ਘੱਟ ਨਜ਼ਰ ਵਾਲਾ ਹੈ ਅਤੇ ਉਹ ਦੇਖ ਨਹੀਂ ਸਕਦਾ ਹੈ। ਉਹ ਇਹ ਵੀ ਭੁੱਲ ਚੁੱਕਾ ਹੈ ਕਿ ਉਸ ਦੇ ਪਿਛਲੇ ਪਾਪ ਧੋਏ ਜਾ ਚੁੱਕੇ ਹਨ। ਇਸ ਲਈ ਭਰਾਵੋ, ਤੁਸੀਂ ਆਪਣੇ ਸੱਦੇ ਅਤੇ ਚੋਣ ਨੂੰ ਸੱਚਾ ਸਿੱਧ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਦੀ ਵੀ ਅਸਫਲ ਨਹੀਂ ਹੋਵੋਗੇ ਅਤੇ ਤੁਹਾਨੂੰ ਸਾਡੇ ਪ੍ਰਭੂ ਤੇ ਮੁਕਤੀਦਾਤਾ ਯਿਸੂ ਮਸੀਹ ਦੇ ਹਮੇਸ਼ਾ ਤੱਕ ਰਹਿਣ ਵਾਲੇ ਰਾਜ ਵਿੱਚ ਦਾਖਲ ਹੋਣ ਦਾ ਪੂਰਾ ਹੱਕ ਪ੍ਰਾਪਤ ਹੋ ਜਾਵੇਗਾ। ਇਸੇ ਕਾਰਨ ਮੈਂ ਤੁਹਾਨੂੰ ਇਹਨਾਂ ਗੱਲਾਂ ਦੀ ਯਾਦ ਹਮੇਸ਼ਾ ਕਰਵਾਉਂਦਾ ਰਹਿਣਾ ਚਾਹੁੰਦਾ ਹਾਂ। ਬੇਸ਼ੱਕ ਤੁਸੀਂ ਇਹਨਾਂ ਨੂੰ ਪਹਿਲਾਂ ਵੀ ਜਾਣਦੇ ਹੋ ਅਤੇ ਉਸ ਸੱਤ ਤੇ ਅਟੱਲ ਵੀ ਹੋ ਜੋ ਤੁਸੀਂ ਪ੍ਰਾਪਤ ਕੀਤਾ ਸੀ। ਮੈਂ ਇਹ ਚਿੱਤ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ ਤੁਹਾਨੂੰ ਇਹਨਾਂ ਗੱਲਾਂ ਦੀ ਯਾਦ ਕਰਵਾਉਂਦਾ ਰਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਛੇਤੀ ਹੀ ਮੇਰੇ ਇਸ ਧਰਤੀ ਉਤਲੇ ਜੀਵਨ ਦਾ ਅੰਤ ਹੋ ਜਾਵੇਗਾ, ਜਿਸ ਤਰ੍ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਆਪ ਮੇਰੇ ਤੇ ਪ੍ਰਗਟ ਕੀਤਾ ਹੈ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਚਲੇ ਜਾਣ ਦੇ ਪਿੱਛੋਂ ਵੀ ਤੁਸੀਂ ਹਮੇਸ਼ਾ ਇਹਨਾਂ ਗੱਲਾਂ ਨੂੰ ਯਾਦ ਰੱਖ ਸਕੋ। ਜਦੋਂ ਅਸੀਂ ਤੁਹਾਨੂੰ ਮਸੀਹ ਦੀ ਸ਼ਕਤੀ ਅਤੇ ਉਸ ਦੇ ਮੁੜ ਆਉਣ ਦੇ ਬਾਰੇ ਦੱਸਿਆ ਹੈ ਤਾਂ ਇਸ ਸਭ ਦਾ ਆਧਾਰ ਕਿਸੇ ਤਰ੍ਹਾਂ ਦੀਆਂ ਮਨ ਘੜਤ ਕਥਾਵਾਂ ਆਦਿ ਨਹੀਂ ਹਨ, ਸਗੋਂ ਅਸੀਂ ਆਪ ਉਸ ਦੀ ਮਹਿਮਾ ਦੇ ਦਰਸ਼ਨ ਕੀਤੇ ਹਨ। ਅਸੀਂ ਉਸ ਸਮੇਂ ਆਪ ਉੱਥੇ ਹਾਜ਼ਰ ਸਾਂ ਜਦੋਂ ਪਰਮੇਸ਼ਰ ਪਿਤਾ ਨੇ ਉਸ ਨੂੰ ਆਦਰ ਅਤੇ ਮਹਿਮਾ ਦਿੱਤੀ ਅਤੇ ਕਿਹਾ ਸੀ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ। ਇਹ ਬਾਣੀ ਅਸੀਂ ਆਕਾਸ਼ ਤੋਂ ਸੁਣੀ ਸੀ, ਕਿਉਂਕਿ ਅਸੀਂ ਆਪ ਉਸ ਸਮੇਂ ਪਵਿੱਤਰ ਪਹਾੜ ਤੇ ਉਸ ਦੇ ਨਾਲ ਸਾਂ। ਇਸ ਤਰ੍ਹਾਂ ਅਸੀਂ ਆਪ ਨਬੀਆਂ ਦੇ ਸੰਦੇਸ਼ ਨੂੰ ਆਪਣੇ ਲਈ ਸੱਚਾ ਸਿੱਧ ਹੁੰਦਾ ਦੇਖਿਆ, ਜਿਸ ਤੇ ਤੁਸੀਂ ਵੀ ਚੰਗੀ ਤਰ੍ਹਾਂ ਨਾਲ ਧਿਆਨ ਦੇਵੋ।
ਇਹ ਹਨੇਰੀ ਥਾਂ ਵਿੱਚ ਚਮਕਣ ਵਾਲੇ ਲੈਂਪ ਦੀ ਤਰ੍ਹਾਂ ਹੈ, ਜਦੋਂ ਤੱਕ ਕਿ ਸਵੇਰ ਦੀ ਲੋ ਨਾ ਲੱਗ ਜਾਵੇ ਅਤੇ ਪ੍ਰਭਾਤ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਆ ਚਮਕੇ। ਹਾਂ, ਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਧਰਮ ਗ੍ਰੰਥ ਵਿੱਚ ਆਏ ਅਗੰਮੀ ਵਾਕ ਦਾ ਅਰਥ ਕੋਈ ਮਨੁੱਖ ਵੀ ਆਪਣੇ ਆਪ ਨਹੀਂ ਕੱਢ ਸਕਦਾ ਹੈ, ਕਿਉਂਕਿ ਕੋਈ ਅਗੰਮੀ ਵਾਕ ਮਨੁੱਖ ਦੀ ਇੱਛਾ ਨਾਲ ਨਹੀਂ ਕੀਤਾ ਗਿਆ ਹੈ, ਸਗੋਂ ਮਨੁੱਖਾਂ ਨੇ ਪਵਿੱਤਰ ਆਤਮਾ ਦੀ ਪ੍ਰੇਰਨਾ ਹੇਠ ਹੀ ਪਰਮੇਸ਼ਰ ਦੇ ਬਚਨ ਬੋਲੇ ਹਨ। ਸੰਤ ਪਤਰਸ ਦਾ ਦੂਜਾ ਪੱਤਰ ਅਧਿਆਇ 2। ਗੁਜ਼ਰੇ ਸਮੇਂ ਵਿੱਚ ਪਰਮੇਸ਼ਰ ਦੇ ਲੋਕਾਂ ਵਿੱਚ ਝੂਠੇ ਨਬੀ ਆਏ ਸਨ। ਇਸੇ ਤਰ੍ਹਾਂ ਤੁਹਾਡੇ ਵਿੱਚ ਵੀ ਝੂਠੇ ਸਿੱਖਿਅਕ ਆਉਣਗੇ। ਉਹ ਤੁਹਾਡੇ ਵਿੱਚ ਖਤਰਨਾਕ ਫੁੱਟ ਪੈਦਾ ਕਰਨਗੇ, ਇੱਥੋਂ ਤੱਕ ਕਿ ਉਹ ਉਸ ਪ੍ਰਭੂ ਤੋਂ ਵੀ ਇਨਕਾਰ ਕਰਨਗੇ ਜਿਸ ਨੇ ਉਹਨਾਂ ਨੂੰ ਮੁੱਲ ਦੇ ਕੇ ਛੁਟਕਾਰਾ ਦਿੱਤਾ, ਅਤੇ ਇਸ ਤਰ੍ਹਾਂ ਉਹ ਤੁਰੰਤ ਨਾਸ਼ ਹੋ ਜਾਣਗੇ। ਬਹੁਤ ਸਾਰੇ ਹੋਰ ਵੀ ਉਹਨਾਂ ਦੇ ਗੰਦੇ ਰਾਹਾਂ 'ਤੇ ਚੱਲਣ ਲੱਗ ਪੈਣਗੇ, ਜਿਸ ਨਾਲ ਸੱਤ ਮਾਰਗ ਦੀ ਨਿੰਦਾ ਹੋਵੇਗੀ। ਉਹ ਆਪਣੇ ਲਾਲਚ ਵਿੱਚ ਹੀ ਤੁਹਾਡੇ ਕੋਲੋਂ ਆਪਣੀਆਂ ਝੂਠੀਆਂ ਸਿੱਖਿਆਵਾਂ ਨਾਲ ਪੈਸਾ ਇਕੱਠਾ ਕਰਨਗੇ, ਪਰ ਬਹੁਤ ਚਿਰ ਪਹਿਲਾਂ ਤੋਂ ਉਹਨਾਂ ਦਾ ਨਿਆਂਕਰਤਾ ਤਿਆਰ ਬੈਠਾ ਹੈ ਅਤੇ ਉਹ ਉਹਨਾਂ ਦੀ ਉਡੀਕ ਵਿੱਚ ਹੈ। ਉਹਨਾਂ ਦਾ ਨਾਸ਼ ਕਰਨ ਵਾਲਾ ਵੀ ਸੁੱਤਾ ਹੋਇਆ ਨਹੀਂ ਹੈ। ਪਰਮੇਸ਼ਰ ਨੇ ਤਾਂ ਉਹਨਾਂ ਸਵਰਗਦੂਤਾਂ ਨੂੰ ਵੀ ਨਾ ਛੱਡਿਆ ਜਿਨ੍ਹਾਂ ਪਾਪ ਕੀਤਾ ਸੀ, ਸਗੋਂ ਉਹਨਾਂ ਨੂੰ ਹੇਠਾਂ ਨਰਕ ਵਿੱਚ ਸੁੱਟ ਦਿੱਤਾ, ਜਿੱਥੇ ਉਹ ਹੁਣ ਬੰਦੀ ਰੂਪ ਵਿੱਚ ਨਿਆਂ ਦੇ ਦਿਨ ਦੀ ਉਡੀਕ ਵਿੱਚ ਹਨ। ਉਸ ਨੇ ਪ੍ਰਾਚੀਨ ਸਮੇਂ ਦੇ ਲੋਕਾਂ ਨੂੰ ਵੀ ਨਾ ਛੱਡਿਆ, ਸਗੋਂ ਉਸ ਸਮੇਂ ਦੇ ਅਧਰਮੀ ਲੋਕਾਂ ਨੂੰ ਪਾਣੀ ਦਾ ਹੜ੍ਹ ਲਿਆ ਕੇ ਖਤਮ ਕਰ ਦਿੱਤਾ, ਸਿਵਾਏ ਨੂਹ ਦੇ ਜੋ ਸੱਚੇ ਧਰਮ ਦਾ ਪ੍ਰਚਾਰਕ ਸੀ, ਅਤੇ ਉਸ ਦੇ ਨਾਲ 7 ਹੋਰਨਾਂ ਨੂੰ ਜਿਨ੍ਹਾਂ ਨੂੰ ਉਸ ਨੇ ਬਚਾ ਲਿਆ ਸੀ। ਉਸ ਨੇ ਸਦੂਮ ਅਤੇ ਅਮੂਰਾ ਦੇ ਲੋਕਾਂ ਨੂੰ ਸਜ਼ਾ ਦਿੱਤੀ ਅਤੇ ਉਹਨਾਂ ਨੂੰ ਸੁਆਹ ਕਰ ਦਿੱਤਾ ਕਿ ਇਹ ਅਧਰਮੀਆਂ ਦੇ ਲਈ ਉਦਾਹਰਨ ਠਹਿਰਨ, ਪਰ ਉਸ ਨੇ ਲੂਤ ਨੂੰ ਬਚਾ ਲਿਆ ਜੋ ਇੱਕ ਧਰਮੀ ਮਨੁੱਖ ਸੀ ਅਤੇ ਜਿਸ ਨੂੰ ਲੋਕਾਂ ਦੇ ਬੁਰੇ ਕੰਮਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਸੀ। ਉਹ ਧਰਮੀ ਮਨੁੱਖ ਹਰ ਦਿਨ ਉੱਥੋਂ ਦੇ ਲੋਕਾਂ ਦੇ ਵਿੱਚ ਰਹਿੰਦਾ ਸੀ, ਇਸ ਲਈ ਉਸ ਨੇ ਉਹ ਸਭ ਹੁੰਦਾ ਦੇਖਿਆ ਅਤੇ ਸੁਣਿਆ ਜੋ ਉੱਥੇ ਹੋ ਰਿਹਾ ਸੀ, ਅਤੇ ਇਸ ਤਰ੍ਹਾਂ ਉਹਨਾਂ ਦੇ ਭੈੜੇ ਆਚਰਣ ਨੂੰ ਦੇਖ ਕੇ ਉਸ ਦੇ ਭਲੇ ਮਨ 'ਤੇ ਬਹੁਤ ਚੋਟ ਲੱਗੀ। ਪਰ ਪਰਮੇਸ਼ਰ ਜਾਣਦਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਧਰਮੀਆਂ ਦੀ ਉਹਨਾਂ ਦੇ ਪ੍ਰਤਿਆਵਿਆਂ ਸਮੇਂ ਰੱਖਿਆ ਕਰਨੀ ਹੈ, ਅਤੇ ਕਿਸ ਤਰ੍ਹਾਂ ਅਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਹੈ, ਖਾਸ ਕਰਕੇ ਉਹਨਾਂ ਨੂੰ ਜੋ ਆਪਣੇ ਸੰਸਾਰਕ ਸੁਭਾਅ ਦੀਆਂ ਲਾਲਸਾਵਾਂ ਦੇ ਪਿੱਛੇ ਚੱਲਦੇ ਹਨ ਅਤੇ ਪਰਮੇਸ਼ਰ ਦੇ ਅਧਿਕਾਰ ਦੀ ਨਿੰਦਾ ਕਰਦੇ ਹਨ। ਇਹੋ ਜਿਹੇ ਢੀਠ ਅਤੇ ਆਪਣੀ ਮਰਜ਼ੀ ਪੂਰੀ ਕਰਨ ਵਾਲੇ ਲੋਕ ਉੱਪਰਲੀਆਂ ਮਹਾਪ੍ਰਤਾਪੀ ਹਸਤੀਆਂ ਦੀ ਨਿੰਦਾ ਕਰਨ ਤੋਂ ਵੀ ਨਹੀਂ ਝਿਜਕਦੇ ਹਨ, ਪਰ ਸਵਰਗਦੂਤ ਜੋ ਇਹਨਾਂ ਨਾਲੋਂ ਬਲ ਅਤੇ ਸ਼ਕਤੀ ਵਿੱਚ ਕਿਤੇ ਵੱਧ ਹਨ, ਪ੍ਰਭੂ ਦੇ ਸਾਹਮਣੇ ਇਹਨਾਂ ਦੀ ਨਿੰਦਾ ਨਹੀਂ ਕਰਦੇ ਹਨ। ਇਹ ਕੇਵਲ ਜੰਗਲੀ ਜਾਨਵਰਾਂ ਦੇ ਵਰਗੇ ਹਨ ਜੋ ਫੜੇ ਜਾਣ ਅਤੇ ਮਾਰੇ ਜਾਣ ਲਈ ਪੈਦਾ ਹੁੰਦੇ ਹਨ। ਇਹ ਉਹਨਾਂ ਗੱਲਾਂ ਦੀ ਨਿੰਦਾ ਕਰਦੇ ਹਨ ਜਿਨ੍ਹਾਂ ਨੂੰ ਇਹ ਸਮਝਦੇ ਨਹੀਂ ਹਨ, ਇਸ ਲਈ ਇਹ ਜੰਗਲੀ ਜਾਨਵਰਾਂ ਦੀ ਤਰ੍ਹਾਂ ਨਾਸ਼ ਕੀਤੇ ਜਾਣਗੇ। ਉਹ ਦੂਜਿਆਂ ਨੂੰ ਦੁੱਖ ਦਿੰਦੇ ਹਨ, ਇਸ ਲਈ ਉਹਨਾਂ ਨੂੰ ਵੀ ਦੁੱਖ ਦਿੱਤਾ ਜਾਵੇਗਾ। ਉਹ ਖੁੱਲ੍ਹੇਆਮ ਰੰਗ ਰਲੀਆਂ ਵਿੱਚ ਮਗਨ ਰਹਿਣਾ ਪਸੰਦ ਕਰਦੇ ਹਨ। ਉਹ ਤੁਹਾਡੇ ਪ੍ਰੇਮ ਭੋਜਾਂ ਲਈ ਨਿੰਦਾ ਅਤੇ ਨਿਆਦਰ ਦਾ ਕਾਰਨ ਹਨ, ਅਤੇ ਇਹਨਾਂ ਦੁਆਰਾ ਵੀ ਤੁਹਾਨੂੰ ਧੋਖਾ ਦਿੰਦੇ ਹਨ, ਅਤੇ ਇਹ ਕਰਨ ਦੁਆਰਾ ਉਹ ਖੁਸ਼ ਹੁੰਦੇ ਹਨ। ਉਹਨਾਂ ਦੀਆਂ ਅੱਖਾਂ ਵਿਵਚਾਰ ਨਾਲ ਭਰੀਆਂ ਪਈਆਂ ਹਨ ਅਤੇ ਪਾਪ ਕਰਨ ਤੋਂ ਵੀ ਨਹੀਂ ਰੱਜਦੇ। ਉਹ ਕਮਜ਼ੋਰ ਨੂੰ ਆਪਣੇ ਫੰਦਿਆਂ ਵਿੱਚ ਫਸਾ ਲੈਂਦੇ ਹਨ। ਉਹਨਾਂ ਦੇ ਮਨ ਕੇਵਲ ਲਾਲਚ ਨਾਲ ਭਰੇ ਪਏ ਹਨ, ਅਤੇ ਇਸ ਲਈ ਉਹ ਪਰਮੇਸ਼ਰ ਦੇ ਸਰਾਪ ਹੇਠ ਹਨ। ਉਹ ਸਿੱਧੇ ਰਾਹ ਤੋਂ ਭਟਕ ਗਏ ਹਨ, ਕਿਉਂਕਿ ਉਹਨਾਂ ਨੇ ਬਿਓਕ ਦੇ ਪੁੱਤਰ ਬਿਲਿਆਮ ਵਾਲੇ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੇ ਅਧਰਮ ਦਾ ਪੈਸਾ ਲੈਣਾ ਸਵੀਕਾਰ ਕਰ ਲਿਆ ਸੀ। ਇਸੇ ਲਈ ਉਸ ਨੇ ਆਪਣੇ ਅਪਰਾਧ ਦੇ ਕਾਰਨ ਝਾੜ ਖਾਧੀ। ਇੱਕ ਬੇਜ਼ੁਬਾਨ ਗਧੇ ਨੇ ਮਨੁੱਖ ਦੀ ਬੋਲੀ ਬੋਲ ਕੇ ਉਸ ਨਬੀ ਦੇ ਪਾਗਲਪਣ ਨੂੰ ਰੋਕਿਆ। ਇਹੋ ਜਿਹੇ ਲੋਕ ਸੁੱਕੇ ਹੋਏ ਚਸ਼ਮੇ ਦੇ ਵਾਂਗ ਹਨ ਅਤੇ ਹਵਾ ਨਾਲ ਉੱਡੇ ਬੱਦਲ ਵਾਂਗ ਹਨ। ਇਹਨਾਂ ਲਈ ਡੂੰਘੇ ਹਨੇਰੇ ਵਿੱਚ ਥਾਂ ਸੁਰੱਖਿਅਤ ਕੀਤਾ ਜਾ ਚੁੱਕਾ ਹੈ। ਇਹ ਬਹੁਤ ਵੱਡੇ ਵੱਡੇ ਬੇਅਰਥੇ ਸ਼ਬਦ ਬੋਲਦੇ ਅਤੇ ਬੁਰੀਆਂ ਸਰੀਰਕ ਇਸ਼ਾਵਾਂ ਤੇ ਭੈੜੀਆਂ ਆਦਤਾਂ ਦੇ ਰਾਹੀਂ ਉਹਨਾਂ ਨੂੰ ਕਰਾਹੇ ਪਾ ਕੇ ਆਪਣੇ ਜਾਲਾਂ ਵਿੱਚ ਫਸਾ ਲੈਂਦੇ ਹਨ, ਜਿਨ੍ਹਾਂ ਨੇ ਅਜੇ ਨਵੇਂ-ਨਵੇਂ ਹੀ ਆਪਣੇ ਆਪ ਨੂੰ ਪਹਿਲੇ ਭੈੜੇ ਜੀਵਨ ਵਿੱਚੋਂ ਛੁਡਾਇਆ ਹੁੰਦਾ ਹੈ। ਉਹ ਉਹਨਾਂ ਨੂੰ ਤਾਂ ਆਜ਼ਾਦੀ ਦੀ ਪ੍ਰਤਿੱਗਿਆ ਦਿੰਦੇ ਹਨ, ਪਰ ਆਪ ਉਹ ਭ੍ਰਸ਼ਟਤਾ ਦੇ ਦਾਸ ਹਨ, ਕਿਉਂਕਿ
ਮਨੁੱਖ ਉਸ ਚੀਜ਼ ਦਾ ਦਾਸ ਹੁੰਦਾ ਹੈ ਜੋ ਉਸ 'ਤੇ ਅਧਿਕਾਰ ਰੱਖਦੀ ਹੈ, ਕਿਉਂਕਿ ਜੋ ਮਨੁੱਖ ਇੱਕ ਵਾਰੀ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੁਆਰਾ ਸੰਸਾਰਕ ਭ੍ਰਸ਼ਟਤਾ ਤੋਂ ਬਚ ਗਿਆ ਹੈ ਅਤੇ ਜੇਕਰ ਉਹੀ ਇੱਕ ਵਾਰ ਫਿਰ ਉਹਨਾਂ ਦੇ ਵਿੱਚ ਹੀ ਫਸ ਕੇ ਉਹਨਾਂ ਦੇ ਅਧੀਨ ਹੋ ਜਾਂਦਾ ਹੈ ਤਾਂ ਉਸ ਦੀ ਪਿਛਲੀ ਹਾਲਤ ਪਹਿਲਾਂ ਤੋਂ ਵੀ ਬੁਰੀ ਹੈ। ਅਸਲ ਵਿੱਚ ਉਹਨਾਂ ਲਈ ਇਹ ਚੰਗਾ ਹੁੰਦਾ ਕਿ ਉਹ ਇਸ ਧਰਮ ਦੇ ਮਾਰਗ ਨੂੰ ਜਾਣਨ ਦੀ ਥਾਂ ਉਸ ਨੂੰ ਨਾ ਹੀ ਜਾਣਦੇ, ਤਾਂ ਜੋ ਉਹ ਵਾਪਸ ਨਾ ਮੁੜਦੇ ਅਤੇ ਉਹਨਾਂ ਪਵਿੱਤਰ ਹੁਕਮਾਂ ਨੂੰ ਨਾ ਛੱਡਦੇ ਜੋ ਉਹਨਾਂ ਨੂੰ ਦਿੱਤੇ ਗਏ ਸਨ। ਇਹੋ ਜਿਹੇ ਲੋਕਾਂ ਤੇ ਇਹ ਕਹਾਵਤ ਠੀਕ ਟੁੱਕਦੀ ਹੈ, ਕੁੱਤਾ ਆਪਣੀ ਹੀ ਕੀਤੀ ਕੈ ਵੱਲ ਜਾਂਦਾ ਹੈ ਅਤੇ ਇਸੇ ਤਰ੍ਹਾਂ ਇੱਕ ਹੋਰ ਨਹਾਈ ਹੋਈ ਸੂਰਨੀ ਫਿਰ ਜਾ ਕੇ ਚਿੱਕੜ ਵਿੱਚ ਹੀ ਲੇਟਦੀ ਹੈ। ਸੰਤ ਪਤਰਸ ਦਾ ਦੂਜਾ ਪੱਤਰ ਅਧਿਆਇ 3। ਮੇਰੇ ਪਿਆਰੇ ਮਿੱਤਰੋ, ਇਹ ਤੁਹਾਨੂੰ ਮੇਰਾ ਦੂਜਾ ਪੱਤਰ ਹੈ। ਮੇਰੇ ਇਹਨਾਂ ਦੋਹਾਂ ਪੱਤਰਾਂ ਵਿੱਚ ਹੀ ਮੈਂ ਤੁਹਾਨੂੰ ਉਹ ਗੱਲਾਂ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਤੁਹਾਨੂੰ ਠੀਕ ਸੋਚਣ ਦੇ ਲਈ ਪ੍ਰੇਰਨਾ ਦੇਵਾਂ। ਤੁਸੀਂ ਪਵਿੱਤਰ ਨਬੀਆਂ ਦੁਆਰਾ ਗੁਜ਼ਰੇ ਸਮੇਂ ਦੇ ਵਿੱਚ ਬੋਲੇ ਗਏ ਸ਼ਬਦਾਂ ਅਤੇ ਪ੍ਰਭੂ ਮੁਕਤੀਦਾਤਾ ਦੇ ਤੁਹਾਡੇ ਆਪਣੇ ਰਸੂਲਾਂ ਦੁਆਰਾ ਦਿੱਤੇ ਗਏ ਹੁਕਮਾਂ ਨੂੰ ਯਾਦ ਰੱਖੋ। ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖੋ ਕਿ ਅੰਤਮ ਦਿਨਾਂ ਵਿੱਚ ਇਹੋ ਜਿਹੇ ਲੋਕ ਆਉਣਗੇ ਜਿਨ੍ਹਾਂ ਦੇ ਜੀਵਨ ਉਹਨਾਂ ਦੀਆਂ ਆਪਣੀਆਂ ਕਾਮ ਵਾਸ਼ਨਾਵਾਂ ਦੇ ਅਧੀਨ ਹੋਣਗੇ। ਉਹ ਤੁਹਾਡਾ ਵੀ ਮਖੌਲ ਉਡਾਉਣਗੇ। ਉਹ ਕਹਿਣਗੇ, ਉਸਨੇ ਆਪਣੇ ਦੁਆਰਾ ਆਉਣ ਦੀ ਪ੍ਰਤਿੱਗਿਆ ਕੀਤੀ ਸੀ, ਉਸ ਦਾ ਕੀ ਬਣਿਆ ਹੈ? ਸਾਡੇ ਪਿਓ ਦਾਦੇ ਵੀ ਮਰ ਗਏ, ਪਰ ਸੰਸਾਰ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਸਭ ਕੁਝ ਉਸੇ ਤਰ੍ਹਾਂ ਚੱਲਿਆ ਆ ਰਿਹਾ ਹੈ ਜਿਸ ਤਰ੍ਹਾਂ ਉਸ ਸਮੇਂ ਸੀ। ਉਹ ਜਾਣ ਬੁੱਝ ਕੇ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਢੇਰ ਚਿਰ ਪਹਿਲਾਂ ਪਰਮੇਸ਼ਰ ਦੇ ਸ਼ਬਦ ਨਾਲ ਧਰਤੀ ਅਤੇ ਆਕਾਸ਼ ਰਚੇ ਗਏ ਸਨ। ਧਰਤੀ ਪਾਣੀ ਤੋਂ ਰਚੀ ਗਈ ਅਤੇ ਪਾਣੀ ਵਿੱਚ ਸਥਿਰ ਕੀਤੀ ਗਈ। ਫਿਰ ਇਹ ਸਭ ਅਰਥਾਤ ਉਸ ਸਮੇਂ ਦਾ ਸੰਸਾਰ ਪਾਣੀ ਦੇ ਦੁਆਰਾ ਅਰਥਾਤ ਹੜ੍ਹ ਦੇ ਦੁਆਰਾ ਨਾਸ਼ ਕੀਤਾ ਗਿਆ। ਉਸੇ ਸ਼ਬਦ ਦੇ ਦੁਆਰਾ ਹੁਣ ਦੀ ਧਰਤੀ ਅਤੇ ਆਕਾਸ਼ ਸੁਰੱਖਿਅਤ ਰੱਖੇ ਗਏ ਹਨ ਕਿ ਅੰਤ ਅੱਗ ਦੁਆਰਾ ਨਾਸ਼ ਕੀਤੇ ਜਾਣ। ਇਹ ਧਰਮੀ ਲੋਕਾਂ ਦੇ ਨਿਆਂ ਅਤੇ ਨਾਸ਼ ਹੋਣ ਦੇ ਦਿਨ ਤੱਕ ਇਸੇ ਤਰ੍ਹਾਂ ਰੱਖੇ ਜਾਣਗੇ। ਮੇਰੇ ਮਿੱਤਰੋ, ਤੁਸੀਂ ਇਹ ਵੀ ਯਾਦ ਰੱਖੋ ਕਿ ਪ੍ਰਭੂ ਦੇ ਲਈ ਇੱਕ ਦਿਨ 1000 ਸਾਲਾਂ ਦੇ ਬਰਾਬਰ ਹੈ ਅਤੇ 1000 ਸਾਲ ਇੱਕ ਦਿਨ ਦੇ। ਪ੍ਰਭੂ ਆਪਣੀ ਕੀਤੀ ਪ੍ਰਤਿੱਗਿਆ ਪੂਰਤੀ ਦੇ ਲਈ ਦੇਰ ਨਹੀਂ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਕੁਝ ਲੋਕ ਸੋਚਦੇ ਹਨ, ਸਗੋਂ ਇਸ ਦੀ ਥਾਂ ਉਹ ਤੁਹਾਡੇ ਨਾਲ ਧੀਰਜਵਾਨ ਹੈ। ਉਹ ਨਹੀਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਕੋਈ ਨਾਸ਼ ਹੋਵੇ, ਸਗੋਂ ਉਹ ਚਾਹੁੰਦਾ ਹੈ ਕਿ ਸਭ ਆਪਣੇ ਆਪਣੇ ਪਾਪਾਂ ਤੋਂ ਮੂੰਹ ਮੋੜਨ। ਪ੍ਰਭੂ ਦਾ ਦਿਨ ਚੋਰ ਦੇ ਵਾਂਗ ਆਵੇਗਾ। ਉਸ ਸਮੇਂ ਆਕਾਸ਼ ਵੱਡੀ ਗਰਜਨ ਦੀ ਆਵਾਜ਼ ਨਾਲ ਖਤਮ ਹੋ ਜਾਣਗੇ ਅਤੇ ਬਾਕੀ ਆਕਾਸ਼ੀ ਚੀਜ਼ਾਂ ਵੀ ਤਪਸ਼ ਦੇ ਨਾਲ ਪਿੰਗਰ ਜਾਣਗੀਆਂ। ਫਿਰ ਧਰਤੀ ਅਤੇ ਇਸ ਦੇ ਸਾਰੇ ਕੰਮ ਵੀ ਪ੍ਰਗਟ ਹੋ ਜਾਣਗੇ। ਫਿਰ ਜੇਕਰ ਸਭ ਚੀਜ਼ਾਂ ਦਾ ਅੰਤ ਇਸ ਤਰ੍ਹਾਂ ਨਾਲ ਹੋਵੇਗਾ ਤਾਂ ਜਰਾ ਸੋਚੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ। ਤੁਹਾਨੂੰ ਪਵਿੱਤਰ ਅਤੇ ਭਗਤੀ ਵਾਲਾ ਜੀਵਨ ਗੁਜ਼ਾਰਨਾ ਚਾਹੀਦਾ ਹੈ। ਤੁਸੀਂ ਪਰਮੇਸ਼ਰ ਦੇ ਦਿਨ ਦੇ ਆਉਣ ਦੀ ਉਡੀਕ ਵਿੱਚ ਹੋ, ਇਸ ਲਈ ਇਸ ਦੇ ਛੇਤੀ ਲਿਆਉਣ ਦੀ ਕੋਸ਼ਿਸ਼ ਕਰੋ। ਉਹ ਦਿਨ ਆਕਾਸ਼ ਨੂੰ ਅੱਗ ਵਿੱਚ ਸਾੜ ਸੁੱਟੇਗਾ ਅਤੇ ਬਾਕੀ ਆਕਾਸ਼ੀ ਚੀਜ਼ਾਂ ਨੂੰ ਵੀ ਅੱਗ ਨਾਲ ਪਿਘਲਾ ਦੇਵੇਗਾ। ਪਰ ਅਸੀਂ ਪਰਮੇਸ਼ਰ ਦੀ ਪ੍ਰਤਿੱਗਿਆ ਅਨੁਸਾਰ ਨਵੇਂ ਆਕਾਸ਼ਾਂ ਅਤੇ ਧਰਤੀ ਦੀ ਉਡੀਕ ਕਰ ਰਹੇ ਹਾਂ ਜੋ ਸੱਚੇ ਧਰਮ ਦਾ ਘਰ ਹੋਵੇਗਾ। ਇਸ ਲਈ ਮੇਰੇ ਭਰਾਵੋ, ਜਦੋਂ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰ ਰਹੇ ਹੋ ਤਾਂ ਤੁਸੀਂ ਪੂਰਨ ਸ਼ੁੱਧ ਅਤੇ ਨਿਹਕਲੰਕ ਅਤੇ ਉਸ ਦੇ ਨਾਲ ਸ਼ਾਂਤੀਪੂਰਵਕ ਰਹਿਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਸਾਡੇ ਪ੍ਰਭੂ ਦੇ ਧੀਰਜ ਤੇ ਥੋੜਾ ਧਿਆਨ ਦੇਵੋ ਜੋ ਤੁਹਾਨੂੰ ਬਚਣ ਦਾ ਪੂਰਾ ਮੌਕਾ ਦੇ ਰਿਹਾ ਹੈ। ਇਹੀ ਸਾਡੇ ਪਿਆਰੇ ਭਰਾ ਪੌਲੂਸ ਨੇ ਪ੍ਰਭੂ ਤੋਂ ਮਿਲੀ ਪ੍ਰੇਰਨਾ ਦੇ ਨਾਲ ਤੁਹਾਨੂੰ ਲਿਖਿਆ ਸੀ। ਇਹੀ ਉਸਨੇ ਆਪਣੇ ਪੱਤਰਾਂ ਦੇ ਲਿਖਣ ਦੁਆਰਾ ਕਿਹਾ ਜਦੋਂ ਉਹ ਇਹਨਾਂ ਗੱਲਾਂ ਬਾਰੇ ਬੋਲਦਾ ਸੀ। ਇਹ ਠੀਕ ਹੈ ਕਿ ਉਸ ਦੇ ਪੱਤਰਾਂ ਵਿੱਚ ਕੁਝ ਔਖੀਆਂ ਗੱਲਾਂ ਵੀ ਹਨ ਜਿਨ੍ਹਾਂ ਦੇ ਅਰਥ ਅਗਿਆਨੀ ਅਤੇ ਘੱਟ ਵਿਸ਼ਵਾਸ ਵਾਲੇ ਲੋਕੀ ਉਲਟੇ ਕੱਢਦੇ ਹਨ, ਜਿਸ ਤਰ੍ਹਾਂ ਕਿ ਉਹ ਧਰਮ ਗ੍ਰੰਥ ਦੇ ਕਈ ਹੋਰ ਹਿੱਸਿਆਂ ਦੇ ਨਾਲ ਵੀ ਕਰਦੇ ਹਨ, ਪਰ ਇਹ ਕਰਨ ਦੁਆਰਾ ਉਹ ਆਪਣਾ ਨਾਸ਼ ਕਰਦੇ ਹਨ। ਪਰ ਭਰਾਵੋ, ਤੁਸੀਂ ਇਹ ਪਹਿਲਾਂ ਹੀ ਜਾਣ ਚੁੱਕੇ ਹੋ, ਇਸ ਲਈ ਚੌਕਸ ਰਹੋ ਕਿ ਕਿਤੇ ਤੁਹਾਨੂੰ ਇਹੋ ਜਿਹੇ ਬੇਅਸੂਲੇ ਮਨੁੱਖ ਧੋਖਾ ਨਾ ਦੇਣ ਅਤੇ ਤੁਸੀਂ ਆਪਣੀ ਅਟੱਲ ਥਾਂ ਤੋਂ ਥੜਕ ਕੇ ਡਿੱਗ ਨਾ ਪਵੋ। ਸਾਡੇ ਪ੍ਰਭੂ
ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਵੋ। ਉਸ ਦੀ ਵਡਿਆਈ ਹੁਣ ਅਤੇ ਹਮੇਸ਼ਾ ਤੱਕ ਹੁੰਦੀ ਰਹੇ। ਆਮੀਨ।